अनु जी स्वागत करते हैं। हाँ जी, गुड मॉर्निंग रजिंदर जी, सारे लिसनर्स ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਦਾਬ जी। ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਬੜਾ ਹੀ ਯੂਸਫੁਲ ਟੌਪਿਕ ਹੈਗਾ ਅੱਜ ਕੱਲ ਦੇ, ਸਪੈਸ਼ਲੀ ਅੱਜ ਕੱਲ ਦੀ ਕੰਸਟਰਕਸ਼ਨ ਸੀਜ਼ਨ ਦੇ ਵਿੱਚ। ਮੈਂ ਜਦੋਂ ਪਹਿਲੇ ਕੈਨੇਡਾ ਆਈ ਸੀ ਬਹੁਤ ਸਾਲ ਪਹਿਲੇ, ਮੈਨੂੰ ਸਾਰਿਆਂ ਨੇ ਦੱਸਿਆ ਸੀ ਵੀ ਇੱਥੇ ਜਿਹੜੇ ਹੁੰਦੇ ਨੇ ਨਾ ਦੋ ਸੀਜ਼ਨ ਹੁੰਦੇ ਨੇ, ਇੱਕ ਹੁੰਦਾ ਹੈਗਾ ਵਿੰਟਰ ਸੀਜ਼ਨ ਤੇ ਦੂਜਾ ਹੁੰਦਾ ਹੈਗਾ ਕੰਸਟਰਕਸ਼ਨ ਸੀਜ਼ਨ ਜੀ ਬਿਲਕੁਲ। ਤੇ ਪਰ ਕੰਸਟਰਕਸ਼ਨ ਦੇ ਅੱਜ ਕੱਲ ਕਾਫੀ ਚੱਲ ਰਿਹਾ ਹੈਗੇ ਨੇ ਤੇ ਕੰਸਟਰਕਸ਼ਨ ਦੇ ਟਾਈਮ ਦੇ ਵਿੱਚ ਗੱਡੀ ਡਰਾਈਵ ਕਰਨਾ ਬਹੁਤ ਹੀ ਚੈਲੰਜਿੰਗ ਹੈਗਾ। ਉਹਦੇ ਕੁਝ ਆਬਵੀਅਸ ਰੀਜ਼ਨ ਹੈਗੇ ਨੇ। ਪਹਿਲੀ ਗੱਲ ਤਾਂ ਇਹ ਹੈਗੀ ਵੀ ਜਿਹੜੀ ਰੋਡ ਕੰਡੀਸ਼ਨ ਹੁੰਦੀ ਹੈ ਉਹ ਚੇਂਜ ਹੋ ਜਾਂਦੀ ਹੈਗੀ, ਜਿਹੜੀ ਪ੍ਰੈਡਿਕਟੇਬਿਲਿਟੀ ਹੁੰਦੀ ਰੋਡ ਦੀ ਉਹ ਖਤਮ ਹੋ ਜਾਂਦੀ ਹੈਗੀ। ਕੁਝ ਲੇਨਸ ਖਤਮ ਹੋ ਰਹੀਆਂ ਹੁੰਦੀਆਂ ਨੇ, ਕੁਝ ਲੇਨ ਮਰਜ ਹੋ ਰਹੀਆਂ ਨੇ, ਕੁਝ ਲੇਨ ਜਿਹੜੀ ਹੈਗੀ ਬਲੌਕ ਹੋ ਗਿਆ ਨੇ। ਤੇ ਜਿੱਥੇ ਜਿੰਨੇ ਵੀ ਡਰਾਈਵਰ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਨਹੀਂ ਪਤਾ ਇਸ ਬਾਰੇ ਦੇ ਵਿੱਚ, ਤੇ ਉਹ ਕਨਫਿਊਜ਼ਨ ਦੇ ਵਿੱਚ ਹੋ ਜਾਂਦੇ ਨੇ ਤੇ ਉਸ ਕਰਕੇ ਜਿਹੜੀ ਪ੍ਰੈਡਿਕਟੇਬਿਲਿਟੀ ਹੈ ਉਹ ਖਤਮ ਹੋ ਜਾਂਦੀ ਹੈਗੀ ਟ੍ਰੈਫਿਕ ਦੀ। ਸੈਕਿੰਡ ਗੱਲ ਹੈਗੀ, ਜਿਹੜੀ ਡਰਾਈਵਰ ਡਰਾਈਵ ਕਰਦੇ ਹੈਗੇ ਨੇ ਉਹਨਾਂ ਦੀ ਵਿਜ਼ਿਬਿਲਿਟੀ ਵੀ ਇਫੈਕਟ ਹੁੰਦੀ ਹੈਗੀ, ਸਪੈਸ਼ਲੀ ਜਦੋਂ ਕੋਈ ਖਾਸ ਕੰਸਟਰਕਸ਼ਨ ਜ਼ੋਨ ਦੇ ਵਿੱਚ ਵੱਡੇ ਵੱਡੇ ਸਾਈਨ ਲੱਗੇ ਹੁੰਦੇ ਨੇ ਜਾਂ ਉਹਨਾਂ ਦੇ ਟਰੱਕ ਹੁੰਦੇ ਨੇ ਟੂ ਮੂਵ ਦ ਟ੍ਰੈਫਿਕ, ਐਰੋ ਸਾਈਨ ਫਲੈਸ਼ ਹੋ ਰਹੇ ਹੁੰਦੇ ਨੇ ਤੇ ਉਸ ਕਰਕੇ ਇਕਵਿਪਮੈਂਟ ਦੀ ਵਜ੍ਹਾ ਨਾਲ, ਬੋਰਡਸ ਵਗੈਰਾ ਦੀ ਵਜ੍ਹਾ ਨਾਲ ਡਰਾਈਵਰ ਦੀ ਜਿਹੜੀ ਵਿਜ਼ਿਬਿਲਿਟੀ ਹੈਗੀ ਉਹ ਅਬਸਟਰਕਟ ਹੋ ਸਕਦੀ ਹੈਗੀ। ਤੀਜੀ ਗੱਲ ਇਸ ਤਰ੍ਹਾਂ ਹੁੰਦਾ ਹੈ ਵੀ ਕੰਸਟਰਕਸ਼ਨ ਵਰਕਰ ਜਿਹੜੇ ਹੁੰਦੇ ਨੇ ਰੋਡ ਦੇ ਉੱਤੇ ਹੁੰਦੇ ਨੇ, ਹਾਲਾਂਕਿ ਉਹ ਸਪੈਸ਼ਲ ਵੈਸਟ ਵੀ ਉਹਨਾਂ ਨੇ ਪਾਈ ਹੁੰਦੀ ਹੈਗੀ, ਸਾਈਨ ਲੈ ਕੇ ਖੜੇ ਹੁੰਦੇ ਨੇ, ਕਦੀ ਸਟਾਪ ਕਰਦੇ ਨੇ ਕਦੀ ਸਲੋ ਕਰਦੇ ਨੇ। ਤੇ ਬਹੁਤ ਵਾਰੀ ਜੇ ਲੋਕੀ ਨਹੀਂ ਧਿਆਨ ਦਿੰਦੇ ਤੇ ਉਹਨਾਂ ਦੀ ਜਿਹੜੀ ਡਰਾਈਵ ਹੈ, ਜਿਹੜੀ ਗੱਡੀ ਹੈਗੀ ਉਹ ਕੰਸਟਰਕਸ਼ਨ ਵਰਕਰਸ ਨੂੰ ਵੀ ਹਿੱਟ ਕਰ ਸਕਦੀ ਹੈਗੀ। ਜਾਂ ਫਿਰ ਜਿਹੜੀ ਟ੍ਰੈਫਿਕ ਇੱਕਦਮ ਨਾਲ ਬਲੌਕ ਹੁੰਦਾ ਹੈਗਾ ਉਸ ਦੇ ਨਾਲ ਵੀ ਪ੍ਰੋਬਲਮ ਹੋ ਸਕਦੀ ਹੈਗੀ। ਜਿਵੇਂ ਕੋਈ ਕੰਸਟਰਕਸ਼ਨ ਵਰਕਰ ਆ ਗਿਆ, ਕਿਸੇ ਬੰਦੇ ਨੇ ਉਹਨਾਂ ਨੂੰ ਧਿਆਨ ਨਹੀਂ ਦਿੱਤਾ ਤੇ ਇੱਕਦਮ ਨਾਲ ਗਾੜੀ ਸਟਾਪ ਕਰ ਛੱਡੀ ਤੇ ਜਿਹੜਾ ਉਹਦੇ ਪਿੱਛੇ ਹੈਗਾ ਸੀ ਉਹਨਾਂ ਨੂੰ ਫਿਰ ਉਹ ਗੱਡੀ ਨੂੰ, ਸਾਹਮਣੇ ਵਾਲੀ ਗੱਡੀ ਨੂੰ ਰੀਅਰ ਐਂਡ ਕਰ ਸਕਦੇ ਕਿਉਂਕਿ ਇੱਕਦਮ ਨਾਲ ਤੁਹਾਨੂੰ ਐਕਸ਼ਨ ਲੈਣਾ ਪੈ ਗਿਆ। ਤੇ ਕੁਝ ਟਿਪਸ ਹੈਗੇ ਨੇ ਇਸ ਚੀਜ਼ਾਂ ਨੂੰ ਅਵੋਇਡ ਕਰਨ ਦੀ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਵੀ ਇਫ ਯੂ ਕੈਨ ਪਲਾਨ ਅਹੈਡ ਦੈਨ ਪਲਾਨ ਅਹੈਡ। ਜੇ ਤੁਹਾਨੂੰ ਪਤਾ ਹੈਗਾ ਵੀ ਤੁਸੀਂ ਕਿਸੇ ਰੋਡ ਨੇ ਤੁਸੀਂ ਜਾਣਾ ਹੈਗਾ, ਉੱਥੇ ਕੰਸਟਰਕਸ਼ਨ ਹੋ ਰਹੀ ਹੈਗੀ, ਇਫ ਯੂ ਕੈਨ ਅਵੋਇਡ ਇਟ, ਅਵੋਇਡ ਕਰੋ, ਮਤਲਬ ਜਾਓ ਨਾ ਉਸ ਰੋਡ ਤੇ, ਕੋਈ ਹੋਰ ਰੋਡ ਲੈ ਲਓ। ਸੈਕਿੰਡ ਗੱਲ ਹੈਗੀ ਵੀ ਜੇ ਤੁਸੀਂ ਜਾ ਹੀ ਰਹੇ ਹੈਗੇ ਹੋ ਤੇ ਪਲੀਜ਼ ਬੀ ਵੈਰੀ ਕੇਅਰਫੁਲ, ਸਾਵਧਾਨ ਰਹੋ। ਤੁਹਾਡੇ ਆਸ-ਪਾਸ ਕੀ ਹੋ ਰਿਹਾ ਹੈਗਾ ਉਹਦਾ ਖਾਸ ਤੁਸੀਂ ਧਿਆਨ ਰੱਖੋ ਤੇ ਫੋਕਸ ਕਰੋ ਆਪਣੀ ਡਰਾਈਵਿੰਗ ਦੇ ਉੱਤੇ। ਅਸੀਂ ਕਹਿੰਦੇ ਆ ਸਾਰਿਆਂ ਨੂੰ, ਹਮੇਸ਼ਾ ਦੱਸਦੇ ਆ ਅਲਰਟ ਰਹੋ, ਮਤਲਬ ਇੰਟੌਕਸੀਕੇਟਡ ਹੋ ਕੇ ਜਾਂ ਕੋਈ ਮੈਰੋਆਨਾ ਵਗੈਰਾ ਹੋਰ ਚੀਜ਼ ਲੈ ਕੇ ਤੁਸੀਂ ਗੱਡੀ ਨਾ ਚਲਾਓ, ਚਾਹੇ ਕੰਸਟਰਕਸ਼ਨ ਜ਼ੋਨ ਹੈ ਜਾਂ ਕਿਹੜੀ ਵੀ ਜ਼ੋਨ ਹੈ। ਲੇਕਿਨ ਕੰਸਟਰਕਸ਼ਨ ਜ਼ੋਨ ਦੇ ਵਿੱਚ ਸਪੈਸ਼ਲੀ ਜਿਹੜੀ ਹੈਗੀ ਨਹੀਂ, ਤੁਸੀਂ ਡਿਸਟਰੈਕਸ਼ਨ, ਹਰ ਚੀਜ਼ ਦੀ ਡਿਸਟਰੈਕਸ਼ਨ ਨੂੰ ਤੁਸੀਂ ਖਤਮ ਕਰੋ। ਡੋਂਟ ਬੀ ਔਨ ਦ ਸੈਲ ਫੋਨ, ਡੋਂਟ ਬੀ ਟੈਕਸਟਿੰਗ। ਤੇ ਕਈ ਵਾਰ ਲੋਕੀ ਕਾਫੀ ਪੀ ਰਹੇ ਹੈਗੇ ਨੇ, ਖਾ ਪੀ ਰਹੇ ਹੈਗੇ ਨੇ, ਪਾਣੀ ਦੀ ਬੋਤਲ ਖੋਲ ਰਹੇ ਹੈਗੇ ਹੋ। ਡੋਂਟ ਡੂ ਥੀਸ ਥਿੰਗਸ ਕਿਉਂਕਿ ਕੰਸਟਰਕਸ਼ਨ ਜ਼ੋਨ ਦੇ ਵਿੱਚ ਇੱਕਦਮ ਨਾਲ ਕੁਝ ਵੀ ਹੋ ਸਕਦਾ ਹੈ ਐਂਡ ਯੂ ਹੈਵ ਟੂ ਬੀ ਏਬਲ ਟੂ ਰਿਐਕਟ ਟੂ ਦੈਟ। ਤੇ ਉੱਥੇ ਕੰਸਟਰਕਸ਼ਨ ਜ਼ੋਨ ਦੇ ਵਿੱਚ ਖਾਸ ਤਰ੍ਹਾਂ ਦੇ ਸਾਈਨ ਲੱਗੇ ਹੁੰਦੇ ਨੇ, ਡਾਇਰੈਕਸ਼ਨ ਦੇ ਲੱਗੇ ਹੁੰਦੇ ਨੇ, ਮਰਜ ਦੇ ਲੱਗੇ ਹੁੰਦੇ ਨੇ, ਪੋਸਟੇਜ ਜਿਹੜੀ ਸਪੀਡ ਲਿਮਿਟ ਹੈਗੀ ਉਹਨਾਂ ਦੇ ਸਾਈਨ ਲੱਗੇ ਹੁੰਦੇ ਹੈਗੇ ਨੇ। ਪਲੀਜ਼ ਮੇਕ ਸ਼ੋਰ ਜਿਹੜੇ ਵੀ ਉਹਨਾਂ ਨੇ ਨਿਸ਼ਾਨ, ਸਟਾਪ ਜਾਂ ਹੋਰ ਵੀ ਸਾਈਨ ਲਗਾਏ ਨੇ, please follow those signs। ਉਹ ਬਹੁਤ ਜ਼ਰੂਰੀ ਹੈਗੇ ਨੇ to avoid any kind of accident in construction zone। ਤੇ ਹੋਰ ਤੁਸੀਂ ਇੱਕ ਜਿਹੜਾ ਤੁਹਾਡੇ ਉੱਤੇ ਜਿਹੜੇ ਅੱਗੇ ਨਾਲ ਤੁਹਾਡੀ ਗੱਡੀ ਹੈਗੀ, ਮੇਕ ਸ਼ੋਰ ਕਿ ਤੁਸੀਂ ਸੇਫ ਡਿਸਟੈਂਸ ਰੱਖੋ। ਬਹੁਤ ਹਰ ਸਾਲ ਜਿਹੜੇ ਮੈਂ ਬਹੁਤ ਇਸ ਤਰ੍ਹਾਂ ਦੇ ਐਕਸੀਡੈਂਟ ਦੇਖਦੀ ਹੈਗੀ ਆ ਜਿਹਦੇ ਵਿੱਚ ਰੀਅਰ ਐਂਡ ਕੋਲੀਜਨ ਹੁੰਦੇ ਨੇ ਕਿਉਂਕਿ ਕੰਸਟਰਕਸ਼ਨ ਜ਼ੋਨ ਦੇ ਵਿੱਚ ਕਿਸੇ ਨੇ ਧਿਆਨ ਨਹੀਂ ਦਿੱਤਾ, ਕੋਈ ਆ ਗਿਆ ਕੰਸਟਰਕਸ਼ਨ ਵਰਕਰ ਆ ਗਿਆ, ਇੱਕਦਮ ਨਾਲ ਬ੍ਰੇਕ ਲਾ ਛੱਡੀ ਤੇ ਤੁਸੀਂ ਜੇ ਉਸ ਗੱਡੀ ਦੇ ਨਾਲ ਤੁਸੀਂ ਸੇਫ ਡਿਸਟੈਂਸ ਨਹੀਂ ਫੋਲੋ ਕਰ ਸਕਦੇ, ਯੂ ਆਰ ਲਾਈਕਲੀ ਟੂ ਰੀਅਰ ਐਂਡ ਦੈਮ। ਤੇ ਕਈ ਵਾਰ ਇੱਕ ਹੋਰ ਮੈਂ ਚੀਜ਼ ਦੇਖੀ ਹੈ ਕਿ ਕੇਸਿਸ ਦੇ ਵਿੱਚ ਲੋਕੀ ਡਰਾਈਵਰ ਨੂੰ ਦੇਖਦੇ ਨੇ, ਉਹ ਆਟੋਮੈਟਿਕਲੀ ਸੋਚਦੇ ਹੈਗੇ ਨੇ ਕਿਉਂਕਿ ਅਸੀਂ ਦੂਜੇ ਡਰਾਈਵਰ ਨੂੰ ਦੇਖਿਆ ਹੈਗਾ ਤੇ ਦੂਜੇ ਡਰਾਈਵਰ ਨੇ ਵੀ ਸਾਨੂੰ ਦੇਖ ਲਿੱਤਾ ਹੋਏਗਾ। ਸਪੈਸ਼ਲੀ ਜਦੋਂ ਲੋਕੀ ਮਰਜ ਹੁੰਦੇ ਨੇ ਨਾ, ਬਹੁਤ ਕਨਫਿਊਜ਼ਨ ਹੁੰਦੀ ਹੈ। ਲੋਕੀ ਸੋਚਦੇ ਹੈਗੇ ਨੇ ਵੀ ਡਰਾਈਵਰ ਨੇ ਮੈਨੂੰ ਦੇਖ ਲਿੱਤਾ ਹੈਗਾ ਤੇ ਆਮ ਓਕੇ ਟੂ ਗੋ।
बट जरूरी नहीं है ड्राइवर ने ਤੁਹਾਡੀ ਤਰਫ ਦੇਖਿਆ ਹੋਏ, ਪਰ ਜ਼ਰੂਰੀ ਨਹੀਂ ਹੈ ਕਿ ਡਰਾਈਵਰ ਨੂੰ ਪਤਾ ਹੀ ਚੱਲੇ ਵੀ ਯੂ ਆਰ ਅਬਾਊਟ ਟੂ ਮਰਜ ਇਨਟੂ ਦ ਲੇਨ। ਤੇ ਵੇਅਰਐਵਰ ਪੋਸੀਬਲ ਤੁਸੀਂ ਜਿਹੜਾ ਹੈਗਾ ਆਈ ਕੰਟੈਕਟ ਡਰਾਈਵਰ ਦੇ ਨਾਲ ਕਰੋ ਐਂਡ ਮੇਕ ਸ਼ੋਰ ਕਿ ਯੂ ਫਾਲੋ ਈਚ ਅਦਰ। ਤੁਹਾਨੂੰ ਪੱਕਾ ਯਕੀਨ ਹੋਏ ਵੀ ਤੁਹਾਨੂੰ ਮਰਜ ਕਰਨ ਦੇ ਰਿਹਾ ਹੈ ਤਾਂ ਹੀ ਤੁਸੀਂ ਮਰਜ ਕਰੋ। ਡੋਂਟ ਆਟੋਮੈਟਿਕਲੀ ਅਸਿਊਮ ਕਿ ਤੁਸੀਂ ਕਿਸੇ ਹੋਰ ਡਰਾਈਵਰ ਨੂੰ ਦੇਖਿਆ ਇਸ ਦਾ ਮਤਲਬ ਉਹਨਾਂ ਨੇ ਵੀ ਤੁਹਾਨੂੰ ਦੇਖ ਲਿੱਤਾ ਹੈਗਾ ਐਂਡ ਦੇ ਆਰ ਓਕੇ ਫॉर ਯੂ ਟੂ ਮਰਜ। ਤੇ ਪਲੀਜ਼ ਬੀ ਕੇਅਰਫੁਲ। ਇੱਕ ਹੋਰ ਗੱਲ ਹੈਗੀ ਸਭ ਤੋਂ ਵੱਡੀ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਵੀ ਜੇ ਖੁਦਾ ਨਾ ਖਾਸਤਾ ਕੰਸਟਰਕਸ਼ਨ ਜ਼ੋਨ ਦੇ ਵਿੱਚ ਕਿਸੇ ਦਾ ਐਕਸੀਡੈਂਟ ਹੁੰਦਾ ਹੈਗਾ, ਉਹ ਐਕਸੀਡੈਂਟ ਕਿਸੇ ਵੀ ਵਜ੍ਹਾ ਨਾਲ ਹੋ ਸਕਦਾ ਹੈ। ਦੂਜੇ ਡਰਾਈਵਰ ਦਾ ਵੀ ਫਾਲਟ ਹੋ ਸਕਦਾ ਹੈਗਾ ਜਾਂ ਫਿਰ ਸਿਟੀ ਦਾ ਵੀ ਫਾਲਟ ਹੋ ਸਕਦਾ ਹੈਗਾ। ਕਈ ਵਾਰ ਅਸੀਂ ਦੇਖਦੇ ਹਾਂ ਵੀ ਸਿਟੀ ਨੇ ਪ੍ਰੋਪਰ ਸਾਈਨੇਜ ਵਗੈਰਾ ਲਗਾਈ ਹੁੰਦੀ, ਪਰ ਕਈ ਵਾਰ ਐਸੇ ਹੁੰਦਾ ਵੀ ਸਿਟੀ ਨੇ ਪ੍ਰੋਪਰ ਸਾਈਨੇਜ ਨਹੀਂ ਲਗਾਈ ਜਾਂ ਸਾਈਨੇਜ ਲਗਾਈ ਵੀ ਹੋਈ ਤੇ ਜਿਹੜੇ ਸਿਟੀ ਦੇ ਵਰਕਰ ਸੇ ਉਹਨਾਂ ਦੇ ਏਜੰਟ ਵਗੈਰਾ ਸੀ ਉਹਨਾਂ ਨੇ ਕੰਸਟਰਕਸ਼ਨ ਦਾ ਡੇ ਖਤਮ ਕਰਨ ਦੇ ਬਾਅਦ ਇਕਵਿਪਮੈਂਟ ਨੂੰ ਪ੍ਰੋਪਰਲੀ ਸਟੋਰ ਨਹੀਂ ਕੀਤਾ। ਇਸ ਤਰ੍ਹਾਂ ਰੋਡ ਇਸ ਤਰੀਕੇ ਨਾਲ ਛੱਡ ਦਿੱਤੀ ਕਿ ਜਿਹੜੀ ਉਹ ਹੈਗੀ ਉਹ ਹੈਜ਼ਰਡ ਪੇਸ਼ ਹੋਏ। ਜੇ ਖੱਡਾ ਰਹਿ ਗਿਆ ਉਸ ਤੋਂ ਚਾਰੋਂ ਪਾਸੇ ਉਹਨਾਂ ਨੇ ਕਾਸ਼ਨ ਦੇ ਸਾਈਨ ਨਹੀਂ ਲਗਾਏ ਜਾਂ ਉਹਨਾਂ ਨੇ ਹੈਜ਼ਰਡ ਸਾਈਨ ਨਹੀਂ ਲਗਾਏ, ਟੇਪ ਨਹੀਂ ਲਗਾਈ, ਕੁਝ ਨਹੀਂ ਲਗਾਈ ਤੇ ਜਿਹੜੀ ਲੋਕੀ ਡਰਾਈਵ ਕਰਦੇ ਨੇ ਦੇ ਡੋਂਟ ਨੋ ਕਿ ਆਟੋਮੈਟਿਕਲੀ ਇੱਕਦਮ ਨਾਲ ਤੁਹਾਡਾ ਇਕਵਿਪਮੈਂਟ ਤੁਹਾਡੇ ਸਾਹਮਣੇ ਆ ਜਾਏਗਾ। ਸਪੈਸ਼ਲੀ ਜਦੋਂ ਤੁਸੀਂ ਬੈਂਡ ਕਰਦੇ ਹੈਗੇ ਹੋ ਕਿਸੇ ਰੋਡ ਦੇ ਵਿੱਚ, ਯੂ ਨਾਟ ਐਕਸਪੈਕਟਿੰਗ ਵੀ ਉੱਥੇ ਇੱਕਦਮ ਬਲੌਕੇਜ ਹੋਏਗੀ ਤੇ ਪ੍ਰੋਪਰ ਸਾਈਨੇਜ ਹੋਣੀ ਬਹੁਤ ਜ਼ਰੂਰੀ ਹੈਗੀ ਲੋਕਾਂ ਦੀ ਸੇਫਟੀ ਵਾਸਤੇ। ਤੇ ਜੇ ਇਸ ਤਰ੍ਹਾਂ ਦਾ ਤੁਹਾਡੇ ਹਾਲਾਤ ਪੇਸ਼ ਹੁੰਦੇ ਨੇ, ਪਲੀਜ਼ ਕਲੈਕਟ ਦੀ ਐਵੀਡੈਂਸ। ਤੇ ਐਵੀਡੈਂਸ ਕਲੈਕਟ ਕਰਨ ਵਾਸਤੇ please do not jeopardize your safety. ਜਦੋਂ ਵੀ ਤੁਸੀਂ ਐਵੀਡੈਂਸ ਕਲੈਕਟ ਕਰਦੇ ਹੈਗੇ ਹੋ ਐਕਸੀਡੈਂਟ ਸੀਨ ਦੇ ਉੱਤੇ, ਪਹਿਲੇ ਆਪਣੀ ਸੇਫਟੀ ਨੂੰ ਇਨਸ਼ੋਰ ਕਰੋ ਵੀ ਤੁਸੀਂ ਸੇਫ ਹੋ, ਤਾਂ ਹੀ ਜਿਹੜਾ ਹੈ ਇਸ ਤਰ੍ਹਾਂ ਦਾ ਐਵੀਡੈਂਸ ਤੁਸੀਂ ਕਲੈਕਟ ਕਰਨ ਦੀ ਕੋਸ਼ਿਸ਼ ਕਰੋ। ਉਸ ਤੋਂ ਸੇਫਟੀ ਦੇ ਬਗੈਰ ਆਪਣੀ ਨਾ ਕਰੋ, ਸੇਫਟੀ ਤੁਹਾਡੀ ਪਹਿਲੇ ਜ਼ਰੂਰੀ ਹੈਗੀ। ਤੇ ਜਦੋਂ ਸੇਫਲੀ ਤੁਸੀਂ ਲੈ ਸਕਦੇ ਹੈਗੇ ਹੋ, ਪਲੀਜ਼ ਟੇਕ ਦ ਪਿਕਚਰਸ ਜਾਂ ਫਿਰ ਆਲਸੋ ਅੱਜ ਕੱਲ ਸਾਰਿਆਂ ਕੋਲ ਸੈੱਲਫੋਨ ਹੁੰਦਾ ਹੈਗਾ, ਟੇਕ ਅ ਸਮਾਲ ਵੀਡੀਓ ਕਲਿੱਪ। ਉਹਦੇ ਵਿੱਚ ਤੁਸੀਂ ਬਕਾਇਦਾ ਲਓ ਵੀ ਐਕਸੀਡੈਂਟ ਦੀ ਜਗ੍ਹਾ ਕਿਹੜੀ ਹੈਗੀ ਸੀ, ਉਸ ਰੋਡ ਦੇ ਉੱਤੇ ਕਿੱਥੇ ਕਿੱਥੇ ਸਾਈਨ ਹੈਗੇ ਨੇ, ਕਿਉਂਕਿ ਇਹ ਬੜਾ ਡਿਪੈਂਡ ਕਰਦਾ ਹੈਗਾ ਵੀ ਕਈ ਵਾਰ ਜਿਹੜਾ ਦੂਜਾ ਡਰਾਈਵਰ ਹੋ ਗਿਆ ਉਹ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ ਸੀ ਕੰਸਟਰਕਸ਼ਨ ਜ਼ੋਨ ਹੈਗੀ, ਮੈਨੂੰ ਪਤਾ ਨਹੀਂ ਸੀ ਸਾਈਨ ਹੈ। ਤੇ ਤੁਸੀਂ ਦਿਖਾ ਸਕਦੇ ਹੈਗੇ ਹੋ ਕਿ ਉਸ ਟਾਈਮ ਤੇ ਜਿਸ ਟਾਈਮ ਤੇ ਐਕਸੀਡੈਂਟ ਹੋਇਆ ਬਕਾਇਦਾ ਸਿਟੀ ਨੇ ਸਾਈਨ ਲਗਾਏ ਹੋਏ ਸੀ ਤੇ ਇਸ ਬੰਦੇ ਨੂੰ ਪਤਾ ਹੋਣਾ ਚਾਹੀਦਾ ਸੀ। ਜਾਂ ਫਿਰ ਸਿਟੀ ਦਾ ਹੀ ਫਾਲਟ ਹੈਗਾ ਤੇ ਤੁਸੀਂ ਸਿਟੀ ਨੂੰ ਸੂ ਕਰਨਾ ਹੈ ਡੈਮੇਜਸ ਵਾਸਤੇ, ਤੇ ਉਸ ਹਿਸਾਬ ਨਾਲ ਵੀ ਤੁਹਾਨੂੰ ਐਵੀਡੈਂਸ ਜ਼ਰੂਰ ਪ੍ਰੀਜ਼ਰਵ ਕਰਨਾ ਚਾਹੀਦਾ, ਕਿਉਂਕਿ ਦੈਨ ਯੂ ਕੈਨ ਸ਼ੋ ਕਿ ਉਸ ਟਾਈਮ ਦੇ ਉੱਤੇ ਕੋਈ ਸਾਈਨ ਨਹੀਂ ਸੀ ਜਾਂ ਹੈਜ਼ਰਡ ਕ੍ਰੀਏਟ ਹੋਇਆ ਸੀ, ਉਹਨਾਂ ਨੇ ਇਕਵਿਪਮੈਂਟ ਇਸ ਤਰੀਕੇ ਨਾਲ ਛੋਡੇ ਹੋਏ ਨੇ ਕਿ ਇਹ ਲੋਕਾਂ ਨੂੰ ਨਹੀਂ ਪਤਾ ਚੱਲ ਰਿਹਾ ਸੀਗਾ। ਕਿਉਂਕਿ ਸਿਟੀ ਨੂੰ ਤੁਸੀਂ ਅਗਰ ਜੇ ਤੁਸੀਂ ਸੂ ਕਰਨਾ ਹੈ ਤੁਸੀਂ ਐਵੀਡੈਂਸ ਉਸੇ ਟਾਈਮ ਤੇ ਕਲੈਕਟ ਕਰਨਾ ਹੈ, ਕਿਉਂਕਿ ਇੱਕ ਵਾਰ ਕੰਸਟਰਕਸ਼ਨ ਉਹ ਹੋ ਗਈ ਘੰਟੇ ਬਾਅਦ ਵੀ 2 ਘੰਟੇ ਬਾਅਦ ਵੀ ਇਟਸ ਗੋਇੰ ਟੂ ਲੁੱਕ ਲਾਈਕ ਅ ਡਿਫਰੈਂਟ ਸੀਨ ਆਲ ਟੁਗੇਦਰ। ਵਰਕਰਸ ਮੂਵ ਕਰ ਜਾਣਗੇ, ਕੰਸਟਰਕਸ਼ਨ ਹੋਰ ਹੋ ਜਾਏਗੀ, ਸਾਈਨ ਮੂਵ ਹੋ ਜਾਣਗੇ। ਤਾਂ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੀ ਰੋਡ ਦੀ ਕੰਡੀਸ਼ਨ ਸੀ ਤੁਸੀਂ ਉਹ ਪ੍ਰੀਜ਼ਰਵ ਕਰਨੀ ਬਹੁਤ ਜ਼ਰੂਰੀ ਹੈਗੀ ਨੇ। ਤੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ, ਜੇ ਸਿਟੀ ਨੂੰ ਸੂ ਕਰਨਾ ਹੈਗਾ ਜਿਵੇਂ ਸਿਟੀ ਆਫ ਟੋਰਾਂਟੋ ਹੈ ਜਾਂ ਹੋਰ ਵੀ ਸਿਟੀ ਹੈਗੀ, ਤੇ ਉਹਨਾਂ ਦੇ 10 ਡੇਜ਼ ਦੇ ਉੱਤੇ ਤੁਹਾਨੂੰ ਉਹਨਾਂ ਨੂੰ ਨੋਟਿਸ ਦੇਣਾ ਹੁੰਦਾ ਹੈਗਾ। ਤੇ ਜਦ ਤੱਕ ਲੋਕੀ ਸਮਝਦੇ ਹੈਗੇ ਨੇ ਕਿ ਮੈਂ ਸਿਟੀ ਨੂੰ ਸੂ ਕਰਾਂ ਨਾ ਕਰਾਂ, 10 ਡੇਜ਼ ਆ ਓਵਰ। ਤੇ ਜੇ ਤੁਸੀਂ ਤੁਹਾਡਾ ਕੋਈ ਕੰਸਟਰਕਸ਼ਨ ਜ਼ੋਨ ਦੇ ਉੱਤੇ ਐਕਸੀਡੈਂਟ ਹੋਇਆ, ਕਾਰ ਐਕਸੀਡੈਂਟ ਹੋਇਆ ਹੈਗਾ ਜਾਂ ਹੋਰ ਵੀ ਸਲਿਪ ਐਂਡ ਫਾਲ ਹੋਈ ਹੈਗੀ ਕੰਸਟਰਕਸ਼ਨ ਸੀਨ ਦੇ ਉੱਤੇ ਤੁਹਾਡੀ, ਤੇ ਪਲੀਜ਼ ਗਿਵ ਅਸ ਅ ਕਾਲ, ਪ੍ਰੀਜ਼ਰਵ ਦੀ ਐਵੀਡੈਂਸ ਸੇਫਲੀ। ਤੇ ਤੁਸੀਂ ਸਾਨੂੰ ਕਾਲ ਕਰਕੇ ਇਸ ਬਾਰੇ ਵਿੱਚ ਇਨਫੋਰਮੇਸ਼ਨ ਲੈ ਸਕਦੇ ਹੈਗੇ ਹੋ। ਦੈਨ ਯੂ ਕੈਨ ਡਿਸਾਈਡ ਤੁਸੀਂ ਨੈਕਸਟ ਸਟੈਪ ਲੈਣਾ ਹੈਗਾ ਨਹੀਂ ਲੈਣਾ, ਪਰ ਐਟ ਲੀਸਟ ਕਾਲ ਸਮਬਡੀ ਤਾਂ ਕਿ ਤੁਹਾਡੀ ਜਿਹੜੀ 10 ਡੇਜ਼ ਦਾ ਨੋਟਿਸ ਪੀਰੀਅਡ ਹੈਗਾ ਉਹ ਤੁਹਾਡਾ ਪ੍ਰੀਜ਼ਰਵ ਹੋ ਸਕੇ। ਤੇ ਜ਼ਿਆਦਾ ਇਨਫੋਰਮੇਸ਼ਨ ਵਾਸਤੇ ਪਲੀਜ਼ ਯੂ ਕੈਨ ਕਾਲ ਮੀ ਐਨੀ ਟਾਈਮ ਫॉर ਫ੍ਰੀ ਇਨਫੋਰਮੇਸ਼ਨ। ਮੇਰਾ ਨੰਬਰ ਹੈਗਾ 4167340439 416 734 0439 416 734 0439 4167340439। ਅਨੂ ਮਲਹੋਤਰਾ ਉਹਨਾਂ ਦਾ ਫੋਨ ਨੰਬਰ ਹੈ। ਪੇਸ ਲਾ ਫਰਮ ਤੋਂ ਸੇਵ ਕਰਕੇ ਰੱਖੋ, ਕਦੀ ਲੋੜ ਪੈ ਜਾਏ, ਐਮਰਜੈਂਸੀ ਲੋੜ ਪੈ ਜਾਏ, ਸਲਾਹ ਮਸ਼ਵਰੇ ਦੀ ਕੋਈ ਕੀਮਤ ਨਹੀਂ, ਕੇਸ ਲੜਨ ਦੀ ਕੋਈ ਕੀਮਤ ਨਹੀਂ, ਕੇਸ ਸੈਟਲ ਹੋਣ ਤੋਂ ਬਾਅਦ ਹੀ ਫੀਸ ਚਾਰਜ ਕਰਨਗੇ ਤੁਹਾਡੇ ਕੋਲੋਂ ਔਰ ਵੱਧ ਤੋਂ ਵੱਧ ਕਲੇਮ ਲੈ ਕੇ ਦੇਣ ਦੀ ਕੋਸ਼ਿਸ਼ ਕਰਨਗੇ ਆਪਣੇ 20 ਤੋਂ 22 ਸਾਲ ਦੇ ਤਜਰਬੇ ਨਾਲ। ਅਨੂ ਮਲਹੋਤਰਾ 416 734 0439 ਫੋਨ ਨੰਬਰ ਹੈ। ਅਨੂ ਜੀ ਅਗਲੇ ਫਰਾਈਡੇ ਕਰਾਂਗੇ ਗੱਲ। ਥੈਂਕ ਯੂ ਸੋ ਮਚ।
ਥੈਂਕ ਯੂ ਰਜਿੰਦਰ ਜੀ। ਥੈਂਕ ਯੂ ਸੋ ਮਚ। ਲਓ